ਤਾਂ ਆਪਾਂ ਨੂੰ ਸਟੇਟਮੈਂਟ ਗਿਵਨ ਹੈ ਜੀ ਇੱਕ, ਇਹ ਕਹਿੰਦੇ ਨੇ ਆ ਗਲਵੈਨੋਮੀਟਰ having 30 divisions, 30 divisions has a current sensitivity of 20 microampere per division. It has a resistance of 25 ohm. How will you convert it into an ammeter up to 1 ampere? लो जी पहला तो थोड़ा जिहा ना टर्म्स ਨੂੰ ਸਮਝਦੇ ਆ। देखो एक जिवें टर्म है करंट सेंसिटिविटी है ना, ਤਾਂ ਇਹ ਮੈਂ ਤੁਹਾਨੂੰ ਦੱਸਦਾ ਫਿਰ ਆਪਾਂ ਨੂਮੈਰੀਕਲ ਤੇ ਆਉਂਦੇ। देखो बच्चे ਜਿਹੜਾ ਵੀ ਕੋਈ ਇੱਕ ਸਕੇਲ ਹੁੰਦਾ ਹੈ ਨਾ, ਉਹਦੇ ਵਿੱਚ ਇੱਕ ਤਾਂ ਨੰਬਰ ਆਫ ਡਿਵੀਜ਼ਨਸ ਹੁੰਦੀਆਂ ਨੇ। +1 ਦੇ ਵਿੱਚ ਤੁਸੀਂ ਵਰਨੀਅਰ ਕੈਲੀਪਰ ਪੜਿਆ ਹੈ ਨਾ, ਸਕਰੂ ਗੇਜ ਪੜਿਆ ਉਹਦੇ ਵਿੱਚ ਲੀਸਟ ਕਾਊਂਟ ਤੁਸੀਂ ਪੜ੍ਹਦੇ ਹੁੰਦੇ ਸੀ ਨਾ। ਲੀਸਟ ਕਾਊਂਟ ਦਾ ਮਤਲਬ ਮਿਨੀਮਮ ਕਿੰਨੀ ਉਹ ਡਿਫਲੈਕਸ਼ਨ ਕੀ ਹੈ, ਮਤਲਬ ਮੈਜ਼ਰਮੈਂਟ ਅਸੀਂ ਕੈਲਕੂਲੇਟ ਕਰ ਸਕਦੇ ਹਾਂ ਉਸ ਸਕੇਲ ਤੋਂ, ਠੀਕ ਹੈ। ਫਿਰ ਉਹਦੇ ਵਿੱਚ ਨੰਬਰ ਆਫ ਡਿਵੀਜ਼ਨਸ ਵੀ ਹੁੰਦੀਆਂ ਸੀ। ਹੁਣ ਸਾਡੇ ਕੋਲ ਇੱਕ ਗਲਵੈਨੋਮੀਟਰ ਹੈ, ਗਲਵੈਨੋਮੀਟਰ ਦੇ ਉੱਪਰ ਵੀ ਸਕੇਲ ਲੱਗਿਆ ਹੁੰਦਾ, ਐਮੀਟਰ ਉੱਪਰ ਵੀ ਸਕੇਲ ਲੱਗਿਆ ਹੁੰਦਾ ਹੈ ਨਾ, ਤਾਂ ਇਹਦੇ ਵਿੱਚ ਵੀ ਨੰਬਰ ਆਫ ਡਿਵੀਜ਼ਨਸ ਹੋਣਗੀਆਂ, ਲੀਸਟ ਕਾਊਂਟ ਹੋਏਗਾ। ਤਾਂ ਆਪਾਂ ਥੋੜਾ ਜਿਹਾ ਇਸ ਕਨਸੈਪਟ ਨੂੰ ਸਮਝਦੇ ਹਾਂ, ਫਿਰ ਆਪਾਂ ਨੂਮੈਰੀਕਲ ਤੇ ਚੱਲਦੇ। ਜਿਵੇਂ ਸਪੋਜ਼ ਤੁਹਾਡੇ ਕੋਲ ਇੱਕ ਗਲਵੈਨੋਮੀਟਰ ਹੈ, ਠੀਕ ਹੈ ਜੀ। ਇਸ ਗਲਵੈਨੋਮੀਟਰ ਦੇ ਵਿੱਚ ਇੱਥੇ ਤੁਹਾਨੂੰ ਦੱਸਿਆ ਵੀ ਜਿਹੜੀ ਦੀ ਰੀਡਿੰਗ ਹੈ 0 ਹੁੰਦੀ ਹੈ, ਤੇ ਸਪੋਜ਼ ਇਹ ਇੱਥੋਂ ਤੱਕ ਦਾ ਮੈਕਸਿਮਮ ਕੀ ਹੈ, ਇਹਦੀ ਨਿਡਲ ਜਾ ਸਕਦੀ ਹੈ, ਇਹ ਮੈਕਸਿਮਮ ਹੈ। ਮੈਕਸਿਮਮ ਡਿਫਲੈਕਸ਼ਨ ਬੋਲਦੇ ਆ, ਮੈਕਸਿਮਮ ਡਿਫਲੈਕਸ਼ਨ, ਜਾਂ ਇਹਨੂੰ ਬੁੱਕ ਦੀ ਲੈਂਗੁਏਜ ਮੈਂ ਕਹਾਂ ਤਾਂ ਫੁੱਲ ਸਕੇਲ ਡਿਫਲੈਕਸ਼ਨ ਬੋਲਦੇ ਆ, ਫੁੱਲ ਸਕੇਲ ਡਿਫਲੈਕਸ਼ਨ। ਸਪੋਜ਼ ਇਹ ਕਿੰਨੀ ਹੈ, ਮੰਨ ਲਓ ਇਹ ਜਿਵੇਂ 10 ਮਿਲੀ ਐਂਪੀਅਰ ਹੈ ਐਗਜ਼ਾਮਪਲ ਦੇ ਤੌਰ ਤੇ, ਮਤਲਬ ਤੁਹਾਡੇ ਕੋਲ ਇੱਕ ਅਜਿਹਾ ਗਲਵੈਨੋਮੀਟਰ ਹੈ ਜਿਹੜਾ 10 ਮਿਲੀ ਐਂਪੀਅਰ ਤੋਂ ਵੱਧ ਦੀ ਰੀਡਿੰਗ ਦੇ ਹੀ ਨਹੀਂ ਸਕਦਾ। ਤਾਂ ਮੈਂ ਤੁਹਾਨੂੰ 10 ਮਿਲੀ ਐਂਪੀਅਰ ਪੁੱਛਾਂ ਤਾਂ 10 ਮਿਲੀ ਐਂਪੀਅਰ ਕੀ ਹੈ, 10 ਮਿਲੀ ਐਂਪੀਅਰ ਉਹਦਾ ਫੁੱਲ ਸਕੇਲ ਡਿਫਲੈਕਸ਼ਨ ਹੈ। ਤੁਸੀਂ ਕੀ ਕਹੋਗੇ ਸਰ ਉਹਦਾ ਫੁੱਲ ਸਕੇਲ ਡਿਫਲੈਕਸ਼ਨ ਕਿੰਨਾ, 10 ਐਂਪੀਅਰ। ਓਕੇ, ਤਾਂ ਇਹਦੇ ਵਿੱਚ ਕੀ ਹੈ, ਸਕੇਲ ਲੱਗਿਆ ਹੋਊਗਾ ਤਾਂ ਅਲੱਗ-ਅਲੱਗ ਕੀ ਹੈ, ਡਿਵੀਜ਼ਨਸ ਵੀ ਹੈ, ਮਤਲਬ ਡਿਵੀਜ਼ਨਸ ਹੋਣਗੀਆਂ ਤੇ ਹਰ ਇੱਕ ਡਿਵੀਜ਼ਨ ਦੀ ਆਪਣੀ ਆਪਣੀ ਵੈਲਿਊ ਵੀ ਹੋਏਗੀ, ਠੀਕ ਹੈ। ਓਕੇ, ਤਾਂ ਜੇ ਆਪਾਂ ਸਿੰਪਲ ਜੀ ਇੱਕ ਐਗਜ਼ਾਮਪਲ ਲੈ ਕੇ ਚੱਲੀਏ, ਜੇ ਮੈਂ ਤੁਹਾਨੂੰ ਕਹਾਂ ਕਿ ਮੰਨ ਲਓ ਤੁਹਾਡੇ ਕੋਲ ਇੱਕ ਸਕੇਲ ਹੈ, ਤੁਹਾਡੇ ਕੋਲ ਇੱਕ ਸਕੇਲ ਹੈ, ਇਹ ਸਕੇਲ ਮੰਨ ਲਓ 15 ਸੈਂਟੀਮੀਟਰ ਦਾ, ਸਕੇਲ ਕਿੰਨਾ ਹੈ, 15 ਸੈਂਟੀਮੀਟਰ ਦਾ, ਤੇ ਜਿਹੜੀਆਂ ਇਹਦੇ ਵਿੱਚ ਨੰਬਰ ਆਫ ਡਿਵੀਜ਼ਨਸ ਨੇ, ਨੰਬਰ ਆਫ ਡਿਵੀਜ਼ਨਸ ਉਹ ਹੈਗੇ ਨੇ 150। 150 ਕੀ ਹੈ, ਸਮਾਲ n, n ਦਾ ਮਤਲਬ ਕੀ ਹੈ, ਨੰਬਰ ਆਫ ਡਿਵੀਜ਼ਨਸ, ਨੰਬਰ ਆਫ ਡਿਵੀਜ਼ਨਸ। ਅੱਛਾ, ਨੰਬਰ ਆਫ ਡਿਵੀਜ਼ਨਸ ਇਨਟੂ ਤੁਸੀਂ ਇਹਨੂੰ ਕਿੰਨੇ ਦੇ ਨਾਲ ਮਲਟੀਪਲਾਈ ਕਰੋ ਤਾਂ ਕਿ ਤੁਹਾਡੇ ਕੋਲ ਜਿਹੜਾ ਆਨਸਰ ਹੈ ਉਹ ਕਿੰਨਾ ਆ ਜੇ, 15 ਸੈਂਟੀਮੀਟਰ ਆ ਜੇ, ਠੀਕ ਹੈ। ਤਾਂ ਮੈਂ ਜੇ ਇਹਨੂੰ 1/10 ਦੇ ਨਾਲ ਮਲਟੀਪਲਾਈ ਕਰਦਾ ਤਾਂ ਦੇਖੋ 150 ਇੰਟੂ
1/10 ਤਾਂ ਆਨਸਰ ਕਿੰਨਾ ਹੋਊਗਾ 15 ਆਊਗਾ ਨਾ 15 ਸੈਂਟੀਮੀਟਰ। ਤਾਂ 1/10 ਮੈਨੂੰ ਕੋਈ ਦੱਸ ਸਕਦਾ ਕੀ ਹੁੰਦਾ? ਕੋਈ ਦੱਸ ਸਕਦਾ ਮੈਨੂੰ ਸਟੂਡੈਂਟ ਇਹ 1/10 ਕੀ ਹੈ? ਇੱਕ ਡਿਵੀਜ਼ਨ ਦੇ ਵਿੱਚ 10 ਡਿਵੀਜ਼ਨਸ ਹੋਣਗੀਆਂ। ਇੱਕ ਸੈਂਟੀਮੀਟਰ ਥੋੜਾ ਲਾਊਡਲੀ ਬੋਲੋ ਥੋੜਾ ਜਿਹਾ। ਸਰ 1 ਸੈਂਟੀਮੀਟਰ ਦੇ ਵਿੱਚ 10 ਡਿਵੀਜ਼ਨਸ ਹੋਣਗੀਆਂ। 10 ਡਿਵੀਜ਼ਨਸ ਹੋਣੇ ਨੇ। ਡਿਵੀਜ਼ਨ ਦਾ ਨੰਬਰ ਆਫ ਡਿਵੀਜ਼ਨ ਤਾਂ 150 ਨੇ। 150 ਨੂੰ ਮੈਂ 1/10 ਨਾਲ ਮਲਟੀਪਲਾਈ ਕਰ ਰਿਹਾ ਤਾਂ ਮਤਲਬ 1/10 ਕੀ ਹੈ? ਦਿਸ ਇਜ਼ ਕਾਲਡ ਬੱਚੇ ਲੀਸਟ ਕਾਊਂਟ। ਇਹਦਾ ਮਤਲਬ ਇਸ ਜਿਹੜਾ ਸਕੇਲ ਦਾ ਲੀਸਟ ਕਾਊਂਟ ਆ ਉਹ ਕਿੰਨਾ ਹੈ? 1/10। ਤਾਂ ਮਤਲਬ ਜਦੋਂ ਤੁਸੀਂ ਲੀਸਟ ਕਾਊਂਟ ਨੂੰ ਨੰਬਰ ਆਫ ਡਿਵੀਜ਼ਨ ਦੇ ਨਾਲ ਕੀ ਹੈ ਮਲਟੀਪਲਾਈ ਕਰ ਦਿੰਦੇ ਹੋ ਤਾਂ ਤੁਹਾਡੇ ਕੋਲੇ ਐਕਚੁਅਲ ਰੀਡਿੰਗ ਆ ਜਾਂਦੀ ਹੈ। ਆਹ ਫਾਰਮੂਲਾ ਸਾਡੇ ਕੋਲ ਬਣ ਗਿਆ। ਜਿਵੇਂ ਮੈਂ ਤੁਹਾਡੇ ਜਿਹੜਾ ਤੁਹਾਡੇ ਕੋਲੇ ਕੀ ਹੈ ਘਰਾਂ ਦੇ ਵਿੱਚ ਕੀ ਹੈ ਇੱਕ ਸਕੇਲ ਹੁੰਦਾ ਨਾ ਤੁਹਾਡੇ ਕੋਲੇ। ਸਪੋਜ਼ ਉਹਦਾ ਇੱਥੇ ਕੀ ਹੈ 0 ਲਿਖਿਆ ਹੋਇਆ ਹੈ। 0 ਇੱਥੇ ਦਾ 1 2 3 4 ਫਿਰ ਹੁੰਦਾ 5 6 7 8 9 ਮੰਨ ਲਓ 10 ਇੱਥੇ ਹੈਗਾ ਸਪੋਜ਼ 1 ਸੈਂਟੀਮੀਟਰ। ਠੀਕ ਹੈ ਤਾਂ ਆਪਾਂ ਕੀ ਕਹਿੰਦੇ ਹੈਗੇ ਵੀ ਜਿਹੜੀ ਇੱਕ ਡਿਵੀਜ਼ਨ ਹੈ ਜੇ ਮੰਨ ਲਓ 0 ਤੋਂ 1 ਤੱਕ ਕਿੰਨੀਆਂ ਡਿਵੀਜ਼ਨ ਹੈ 10 ਦਿੱਤਾ ਇਹਦਾ ਮਤਲਬ ਇੱਕ ਡਿਵੀਜ਼ਨ ਕਿੰਨੇ ਦੀ ਹੈ 0.1 ਸੈਂਟੀਮੀਟਰ ਦੀ ਹੈ ਨਾ ਇਹੀ ਅਸੀਂ ਬੋਲਦੇ ਤਾਂ 0.1 ਐਕਚੁਅਲ ਚ ਬੱਚੇ ਕੀ ਹੈ ਇਹ ਹੈਗਾ ਤਾਂ ਲੀਸਟ ਕਾਊਂਟ। ਆ ਦੇਖੋ ਨੰਬਰ ਆਫ ਡਿਵੀਜ਼ਨ ਕਿੰਨੀਆਂ ਨੇ 10 ਜੇ ਮੈਂ ਇਸ ਫਾਰਮੂਲੇ ਦੇ ਵਿੱਚ ਪੁੱਟ ਕਰਾਂ 10। ਅੱਛਾ ਇੱਕ ਦਾ ਲੀਸਟ ਕਾਊਂਟ ਕਿੰਨਾ ਹੈ 1/10। ਜਦੋਂ ਨੂੰ ਮਲਟੀਪਲਾਈ ਕਰੋਗੇ 10 ਨਾਲ 10 ਕੀ ਹੋ ਗਿਆ ਕੈਂਸਲ ਇਹਦਾ ਮਤਲਬ ਵੈਲਿਊ ਕਿੰਨੀ ਆ ਗਈ 1 ਸੈਂਟੀਮੀਟਰ। ਕਰਦੇ ਹੋ ਨਾ ਤੁਸੀਂ ਇਹ ਯੂਜ਼ ਸਕੇਲ। ਤਾਂ ਜਦੋਂ ਵੀ ਅਸੀਂ ਨੰਬਰ ਆਫ ਡਿਵੀਜ਼ਨਸ ਨੂੰ ਉਹਦੇ ਲੀਸਟ ਕਾਊਂਟ ਦੇ ਨਾਲ ਮਲਟੀਪਲਾਈ ਕਰ ਦਈਏ ਤਾਂ ਉਹਦੀ ਐਕਚੁਅਲ ਰੀਡਿੰਗ ਆ ਜਾਂਦੀ। ਹੁਣ ਜਿਹੜਾ ਸਾਡੇ ਕੋਲ ਦੇਖੋ ਗਲਵੈਨੋਮੀਟਰ ਵਾਲਾ ਸਕੇਲ ਹੈ ਠੀਕ ਹੈ ਇਹਦੀ ਰੀਡਿੰਗ ਕਿੰਨੀ ਹੈ 10 ਮਿਲੀ ਐਂਪੀਅਰ। ਸਪੋਜ਼ ਇਹਦੇ ਵਿੱਚ ਜਿਹੜੀਆਂ ਹਾਂ ਨੰਬਰ ਆਫ ਡਿਵੀਜ਼ਨਸ ਨੇ n ਇਹ ਮੰਨ ਲਓ 10 ਨੇ ਮੈਂ ਆਪਣੇ ਵੱਲੋਂ ਸਪੋਜ਼ ਕਰ ਲਿਆ। ਤਾਂ ਬੱਚੇ ਜੇ ਮੈਂ ਨੰਬਰ ਆਫ ਡਿਵੀਜ਼ਨਸ 10 ਨੂੰ ਠੀਕ ਹੈ ਇਕੁਅਲ ਟੂ ਮੈਂ ਲਿਖਣਾ ਵੀ 10 ਮਿਲੀ ਐਂਪੀਅਰ 10 ਮਿਲੀ ਐਂਪੀਅਰ। ਠੀਕ ਹੈ ਨੰਬਰ ਆਫ ਡਿਵੀਜ਼ਨਸ ਕਿੰਨੇ ਨੇ 10 ਨੇ 10 ਮਿਲੀ ਐਂਪੀਅਰ ਦਾ ਮਤਲਬ ਕਿੰਨਾ ਹੋ ਗਿਆ 10 into 10 ਦੀ ਪਾਵਰ -3 ਮਤਲਬ 10 ਦੀ ਪਾਵਰ -2। ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਇਸ ਦੇ ਵਿੱਚ ਜਿਹੜੀ ਇੱਕ ਡਿਵੀਜ਼ਨ ਹੈ ਉਹਦਾ ਜਿਹੜਾ ਲੀਸਟ ਕਾਊਂਟ ਹੈ ਕਿੰਨਾ ਹੋਏਗਾ। ਇੱਥੇ ਤੁਸੀਂ 10 ਨੂੰ ਕਿੰਨੇ ਨਾਲ ਮਲਟੀਪਲਾਈ ਕਰੋ ਕਿ ਤੁਹਾਡੇ ਕੋਲੇ ਆਨਸਰ ਕੀ ਹੈ ਕਿੰਨਾ ਆ ਜੇ 10 ਮਿਲੀ ਐਂਪੀਅਰ। ਜੇ ਮੈਂ ਲਿਖਦਾ 1 ਮਿਲੀ ਐਂਪੀਅਰ ਸਹੀ ਹੈ। ਇਹਦਾ ਮਤਲਬ ਇਹ ਕੀ ਹੈ ਇਹ ਤਾਂ ਹੋ ਗਿਆ ਫੁੱਲ ਸਕੇਲ ਡਿਫਲੈਕਸ਼ਨ ਦਾ ਕਰੰਟ। ਇਹਨੂੰ ਬੱਚੇ ਅਸੀਂ ਬੋਲਦੇ ਆ IG ਜਿਹੜਾ ਇੱਕ ਗਲਵੈਨੋਮੀਟਰ ਕਰੰਟ ਮੈਜ਼ਰ ਕਰ ਸਕਦਾ ਹੈ। ਇਹ ਸਾਡੇ ਕੋਲੇ ਕੀ ਹੋ ਗਿਆ ਨੰਬਰ ਆਫ ਡਿਵੀਜ਼ਨਸ। ਜਿਹੜਾ ਲੀਸਟ ਕਾਊਂਟ ਹੁੰਦਾ ਨਾ ਉਹਨੂੰ ਅਸੀਂ ਇਸ ਚੈਪਟਰ ਦੇ ਵਿੱਚ ਫਿਗਰ ਆਫ ਮੈਰਿਟ ਬੋਲਦੇ ਆ। ਹੈਗਾ ਲੀਸਟ ਕਾਊਂਟ ਹੀ ਹੈ ਨਾਮ ਇਹਦਾ ਕੀ ਹੈ ਫਿਗਰ ਆਫ ਮੈਰਿਟ। ਇਹਨੂੰ ਅਸੀਂ K ਨਾਲ ਲਿਖਦੇ ਹਾਂ ਤਾਂ ਇੱਥੋਂ ਸਾਡੇ ਕੋਲ ਇੱਕ ਫਾਰਮੂਲਾ ਨਿਊਮੈਰੀਕਲਸ ਯੂਜ਼ ਹੋਊਗਾ IG is equal to N into K। ਇਹਦਾ ਮਤਲਬ ਜੇ 10 ਮਿਲੀ ਐਂਪੀਅਰ ਤੱਕ ਦੀ ਇਹਦੀ ਫੁੱਲ ਡਿਫਲੈਕਸ਼ਨ ਰੇਂਜ ਹੈ ਜੇ ਇਹਦੇ ਵਿੱਚ 10 ਡਿਵੀਜ਼ਨਸ ਨੇ ਮੈਂ ਜ਼ਿਆਦਾ ਦਿਖਾਈਆਂ ਨੇ ਵੈਸੇ ਮੈਂ ਗੱਲ ਕਰ ਰਿਹਾ ਵੀ 10 ਨੇ ਇਹਦਾ ਮਤਲਬ ਇੱਕ ਡਿਵੀਜ਼ਨ ਦੀ ਜਿਹੜੀ ਵੈਲਿਊ ਹੈ ਬੱਚੇ ਉਹ ਕਿੰਨੀ ਹੈ ਉਹ 1 ਮਿਲੀ ਐਂਪੀਅਰ ਹੈ। ਤਾਂ ਫਿਰ 10 ਡਿਵੀਜ਼ਨ ਦੀ ਕਿੰਨੀ ਹੋਊਗੀ 10 ਮਿਲੀ ਐਂਪੀਅਰ। ਦੇਖੋ ਜੀ ਕਲੀਅਰ ਹੈ ਫਾਰਮੂਲਾ IG is equal to NK। ਰੱਟਾ ਨਹੀਂ ਲਾਉਣਾ। ਦੇਖੋ ਮੈਂ ਤੁਹਾਨੂੰ ਦੇਖੋ ਕਿੰਨੀਆਂ ਐਗਜ਼ਾਮਪਲਸ ਲੈ ਕੇ ਕੀ ਇਹ ਫਾਰਮੂਲਾ ਸਮਝਾਇਆ ਕਲੀਅਰ ਹੈ। ਰਿਪਲਾਈ ਕਰਿਆ ਕਰੋ ਯਾਰ ਪਤਾ ਇੰਨਾ ਟਾਈਮ ਨਾ ਲਾਇਆ ਕਰੋ। ਕਲੀਅਰ ਹੈ ਤਾਂ ਯੈਸ ਬੋਲੋ ਨਹੀਂ ਕਲੀਅਰ ਤਾਂ ਦੱਸੋ ਮੈਂ ਦੁਬਾਰਾ ਦੱਸੂ। ਸਰ ਆਹ ਫਿਗਰ ਆਫ ਮੈਰਿਟ ਦੱਸੋ। ਫਿਗਰ ਆਫ ਮੈਰਿਟ ਬੱਚੇ ਲੀਸਟ ਕਾਊਂਟ ਹੁੰਦਾ। ਲੀਸਟ ਕਾਊਂਟ ਪਤਾ ਨਾ ਵੀ ਮਿਨੀਮਮ ਕਿੰਨਾ ਕਾਊਂਟ ਅਸੀਂ ਕਿਸੇ ਸਕੇਲ ਤੋਂ ਲੈ ਸਕਦੇ ਹਾਂ ਉਹੀ ਫਿਗਰ ਆਫ ਮੈਰਿਟ ਹੈ। ਮੈਂ ਇੱਕ ਪੂਰੀ ਇੱਥੇ ਇੱਕ ਤੁਹਾਨੂੰ
ਇਮੇਜ ਬਣਾ ਕੇ ਦਿਖਾ ਦਾਂਗੇ, ਪੂਰੀ ਇਮੇਜ ਬਣਾਉਣ ਦਾ ਕੋਈ ਦਿੱਕਤ ਨਹੀਂ। ਜਿਵੇਂ ਦੇਖੋ ਆ ਬਹੁਤ ਵੱਡਾ ਕੀ ਸਪੋਜ਼ ਕਰੋ 1 ਗੈਲਵੇਨੋਮੀਟਰ ਹੈ, ਵੱਡਾ ਕਰਕੇ ਆਪਾਂ ਦਿਖਾ ਦਿੰਦੇ, ਠੀਕ ਹੈ। ਤੇ ਇੱਥੇ ਦੀ ਰੀਡਿੰਗ ਕਿੰਨੀ ਹੈ, ਇਹ ਹੈ 0, ਠੀਕ ਹੈ। ਇੱਥੇ ਡਿਵੀਜ਼ਨਸ ਨੇ 1 2 3 4 5 6 7 8 9, ਇੱਕ ਦੇ ਵਿੱਚ ਘੱਟ ਜਾ ਇੱਥੇ ऐसा कर 1 2 3 4 5 6 7 8 9 10। ਇਹਦਾ ਮਤਲਬ ਜੇ ਮੈਂ ਇਹਨੂੰ 10 ਮਿਲੀ ਐਂਪੀਅਰ ਲਿਖਾਂ, ਇਹਦਾ ਮਤਲਬ ਨਿਡਲ ਇਹ ਮੈਕਸਿਮਮ ਟੂ ਮੈਕਸਿਮਮ ਇੱਥੇ ਆ ਸਕਦੀ ਹੈ, ਤਾਂ ਇਹ ਤਾਂ ਬਚੇਗਾ IG। IG ਦਾ ਮਤਲਬ ਕੀ ਹੈ, ਫੁੱਲ ਸਕੇਲ डिफ्लेक्शन, मतलब ये गैल्वेनोमीटर कितना मैक्सिमम टू मैक्सिमम करंट मेजर कर सकता है। ਹੁਣ ਨੰਬਰ ਆਫ ਡਿਵੀਜ਼ਨਸ ਕਿੰਨੀਆਂ ਨੇ, n ਦੀ ਵੈਲਿਊ ਕਿੰਨੀ ਹੈ, n ਹੈਗੀ 10। ਇਹਦਾ ਮਤਲਬ ਇੱਕ ਡਿਵੀਜ਼ਨ ਦੇਖੋ ਦੇਖਣੀ ਹੋਵੇ ਤਾਂ ਤੁਸੀਂ ਐਂ ਵੀ ਦੇਖ ਸਕਦੇ ਹੋ, ਜਿਹੜੀਆਂ ਮਤਲਬ 10 ਡਿਵੀਜ਼ਨਸ ਨੇ, 10 ਡਿਵੀਜ਼ਨਸ ਦੀ ਵੈਲਿਊ ਕਿੰਨੀ ਹੈ, 10 ਮਿਲੀ ਐਂਪੀਅਰ ਹੈ। ਇਹਦਾ ਮਤਲਬ ਇੱਕ ਡਿਵੀਜ਼ਨ ਦੀ ਵੈਲਿਊ ਕਿੰਨੀ ਹੋਊਗੀ, that is 10 upon 10 मिली एम्पियर। 10 ना 10 की हो गया कैंसिल, ਇਹਦਾ ਮਤਲਬ ਇੱਕ ਡਿਵੀਜ਼ਨ ਬੱਚੇ ਕਾਦੇ ਬਰਾਬਰ ਹੈ, 1 ਮਿਲੀ ਐਂਪੀਅਰ। ਇਹਦਾ ਮਤਲਬ ਮੈਂ ਇਸ ਨੂੰ ਲਿਖੂੰਗਾ 1 ਮਿਲੀ ਐਂਪੀਅਰ, ਫਿਰ ਇਹ ਹੋਊਗਾ 2 ਮਿਲੀ ਐਂਪੀਅਰ, ਫਿਰ ਇਹ ਹੋਊਗੀ 3 ਮਿਲੀ ਐਂਪੀਅਰ, 4 ਮਿਲੀ ਐਂਪੀਅਰ। ਦੇਖੋ ਗੈਪ ਕਿੰਨਾ, 1 ਐਂਪੀਅਰ ਦਾ ਹੈ। 5 ਮਿਲੀ ਐਂਪੀਅਰ, 1 ਮਿਲੀ ਐਂਪੀਅਰ ਦਾ ਸੌਰੀ, 6 ਮਿਲੀ ਐਂਪੀਅਰ, 7 मिली एम्पियर, फिर 8 मिली एम्पियर, फिर 9 मिली एम्पियर, फिर आ गया 10 मिली एम्पियर। तो फिर फॉर्मूला की बन गया कि जे 10 मिली एम्पियर तुसी करंट बनाना है, ਇਹਦਾ ਮਤਲਬ ਨੰਬਰ ਆਫ ਡਿਵੀਜ਼ਨ 10 ਨੇ, ਇਹਨੂੰ ਕੀ 1 ਮਿਲੀ ਐਂਪੀਅਰ ਨਾਲ ਕੀ ਕਰੋ, ਮਲਟੀਪਲਾਈ। this is called IG, full scale current, this is called number of divisions, and this is called figure of merit K। ਇਹਦਾ ਮਤਲਬ ਤੁਸੀਂ ਇੱਥੋਂ ਫਿਗਰ ਆਫ ਮੈਰਿਟ ਨੂੰ ਵੀ ਡਿਫਾਈਨ ਕਰ ਸਕਦੇ ਹੋ। K ਕੀ ਹੈ, ਕਿੰਨਾ ਗੈਲਵੇਨੋਮੀਟਰ ਦਾ ਕਰੰਟ ਕੀ ਹੈ ਫਲੋ ਕਰਦਾ ਇੱਕ ਡਿਵੀਜ਼ਨ ਦੇ ਵਿੱਚੋਂ, ਇੱਕ ਡਿਵੀਜ਼ਨ ਦੇ ਵਿੱਚ ਕਿੰਨਾ ਗੈਲਵੇਨੋਮੀਟਰ ਦਾ ਕਰੰਟ ਹੈ। ਇਸ ਤਰੀਕੇ ਨਾਲ ਤੁਸੀਂ ਇਹਨੂੰ ਫਿਗਰ ਆਫ ਮੈਰਿਟ ਨੂੰ ਕੀ ਹੈ ਡਿਨੋਟ ਕਰ ਸਕਦੇ ਹੋ। ਮਤਲਬ ਕਿਸੇ ਵੀ ਕਰੰਟ ਦੀ ਅਗਰ ਵੈਲਿਊ ਪਰ ਡਿਵੀਜ਼ਨ ਤੁਹਾਨੂੰ ਦਿੱਤੀ ਹੋਈ ਹੈ ਤਾਂ ਮਤਲਬ ਫਿਗਰ ਆਫ ਮੈਰਿਟ ਹੈ। ਜੇ ਮੰਨ ਲਓ ਤੁਹਾਨੂੰ ਮੈਂ ਕਹਾਂ ਵੀ ਕੋਈ ਗੈਲਵੇਨੋਮੀਟਰ ਹੈ ਜਿਹਦੀ ਜਿਹੜੀ ਮਤਲਬ रीडिंग है वो 25 माइक्रो एम्पीयर पर डिवीजन है, मान लो एवें लिखता किते ਆਪਾਂ। ਇਹਦਾ ਮਤਲਬ ਜਿਹੜੀ ਉਹਦੀ ਇੱਕ ਡਿਵੀਜ਼ਨ ਹੈ ਉਹ ਤੁਹਾਨੂੰ ਕਿੰਨੀ ਵੈਲਿਊ ਦੱਸਦੀ ਹੈ, 25 ਮਾਈਕਰੋ ਐਂਪੀਅਰ ਦੀ। ਇਹਦਾ ਮਤਲਬ ਤੁਹਾਨੂੰ ਕੀ ਗਿਵਨ ਹੈ, K। ਤੇ ਇਹੀ ਬੱਚੇ ਸਾਨੂੰ ਨਿਊਮੈਰੀਕਲ ਦੀ ਸਟੇਟਮੈਂਟ ਚ ਗਿਵਨ ਸੀ, ਜਿਹਨੂੰ ਇਹਨਾਂ ਨੇ ਕੀ ਬੋਲਿਆ ਹੋਇਆ, ਕਰੰਟ ਸੈਂਸਿਟੀਵਿਟੀ। करंट सेंसिटिविटी बोलो, चाहे फिगर ऑफ मेरिट बोलो, चाहे लीस्ट काउंट बोलो, सब कुछ सेम है। तो हम मैं तो उस स्टेटमेंट पे लेके जाऊँ, हाँ देखो पढ़ो, एक गैल्वेनोमीटर जिहदे विच नंबर ऑफ डिविजन्स कितनियां ने, n दी वैल्यू कितनी है 30। अच्छा करंट सेंसिटिविटी कितनी आ देखो आप, करंट सेंसिटिविटी मतलब तुहानू की दिता होया K, which is equal to 20 माइक्रो एम्पीयर पर डिवीजन। अच्छा इहदा रेजिस्टेंस है जिहड़ा गैल्वेनोमीटर दा, वो कितना है, गैल्वेनोमीटर दे रेजिस्टेंस ਨੂੰ G ਨਾਲ ਲਿਖਦੇ ਆ, ਇਹ ਹੈ 25 ओम। ਕਹਿੰਦੇ ਤੁਸੀਂ ਇੱਕ ਐਮੀਟਰ ਚ ਕਨਵਰਟ ਕਰਨਾ ਹੈ ਜਿਹਦਾ ਕਰੰਟ ਕਿੰਨਾ ਹੈ, ਮਤਲਬ ਟੋਟਲ ਕਰੰਟ ਸਾਨੂੰ 1 ਐਂਪੀਅਰ ਚਾਹੀਦਾ। ਹੁਣ ਅਸੀਂ ਕੀ ਦੇਖਣਾ ਹੁੰਦਾ ਹੈ, ਸ਼ੰਟ, ਵੀ ਕਿੰਨੇ ਦਾ ਸ਼ੰਟ ਲਗਾਈਏ ਗੈਲਵੇਨੋਮੀਟਰ ਦੇ ਵਿੱਚ। ਤਾਂ ਸ਼ੰਟ ਦਾ ਜਿਹੜਾ ਫਾਰਮੂਲਾ ਕੀ ਸੀਗਾ, GS ਸੌਰੀ ਕਿੰਨੇ ਸੀਗਾ, ਸ਼ੰਟ ਦਾ ਫਾਰਮੂਲਾ ਆਪਾਂ ਬਣਾਇਆ ਸੀਗਾ IG अपॉन I माइनस IG। हाँ आ फॉर्मूला ਸੀ। ਹੁਣ ਦੇਖੋ ਕੀ ਤੁਸੀਂ ਮੈਨੂੰ ਦੱਸੋ IG ਕੈਲਕੂਲੇਟ ਕਰ ਸਕਦੇ ਹੋ, ਜਿਹੜੀ ਤੁਹਾਡੇ ਕੋਲ ਗਿਵਨ ਜਿਹੜੀਆਂ ਵੈਲਿਊਜ਼ ਨੇ ਇਹਨਾਂ ਤੋਂ ਅਸੀਂ IG ਕੈਲਕੂਲੇਟ ਕਰ ਸਕਦੇ ਹਾਂ, ਗੈਲਵੇਨੋਮੀਟਰ ਦਾ ਫੁੱਲ ਸਕੇਲ ਕਰੰਟ ਕਿੰਨਾ ਆਊਗਾ। ਤੁਹਾਡੇ ਕੋਲੇ N ਗਿਵਨ ਹੈ, ਤੁਹਾਡੇ ਕੋਲੇ K ਗਿਵਨ ਹੈ, ਤਾਂ ਬੱਚੇ IG ਵੀ ਤੁਸੀਂ ਫਾਈਂਡ ਕਰ ਸਕਦੇ ਹੋ ਨਾ ਯਾਰ।
बोलनों हट के जमी n into k तो फुल स्केल करंट कितना होगा बच्चे n कितना 30 ते एक डिवीजन का करंट 20 माइक्रो एम्पीयर ਇਹਦਾ ਮਤਲਬ IG ਬੱਚੇ ਕਿੰਨਾ ਹੋ ਗਿਆ ਇਹ ਆ ਗਿਆ 600 ਮਾਈਕਰੋ ਐਂਪੀਅਰ ਤੇ ਇਹ ਗੈਲਵੇਨੋਮੀਟਰ ਕਰੰਟ ਇੰਨਾ ਕੀ ਹੈ ਕਰੰਟ ਮੈਜ਼ਰ ਕਰ ਸਕਦਾ ਹੈ ਅੱਛਾ G ਤੁਹਾਡੇ ਕੋਲੇ ਗਿਵਨ ਹੈ I ਕਿੰਨਾ ਸਾਡੇ ਕੋਲੇ I ਸਾਡੇ ਕੋਲੇ ਹੈਗਾ 1 ਐਂਪੀਅਰ ਇੱਥੇ ਵੈਲਿਊ ਪੁੱਟ ਕਰੋ ਤਾਂ ਤੁਸੀਂ ਸ਼ੰਟ ਕੈਲਕੂਲੇਟ ਕਰ ਲਓ ਤਾਂ ਸ਼ੰਟ ਦੀ ਬੱਚੇ ਜਿਹੜੀ ਵੈਲਿਊ ਆਊਗੀ ਉਹ ਆਊਗੀ 0.015 ਓਮ ਆ ਦੇਖੋ ਤੁਹਾਨੂੰ ਦੱਸਿਆ ਸੀ ਨਾ ਸ਼ੰਟ ਦੀ ਵੈਲਿਊ ਬਹੁਤ ਜ਼ਿਆਦਾ ਸਮਾਲ ਹੋ ਤਾਂ ਜੇ ਤੁਸੀਂ ਕੋਈ ਗੈਲਵੇਨੋਮੀਟਰ ਜਿਹਦਾ ਤੁਹਾਨੂੰ ਰੈਜ਼ਿਸਟੈਂਸ ਦਿੱਤਾ ਹੋਇਆ ਹੈ 25 ਓਮ ਇਹਦੇ ਤੁਸੀਂ ਪੈਰਲਲ ਦੇ ਵਿੱਚ ਇੱਕ ਸ਼ੰਟ ਲਗਾ ਦੋ ਕਿੰਨੇ ਓਮ ਦਾ 0.015 ਓਮ ਦਾ ਤਾਂ ਤੁਹਾਡੇ ਕੋਲੇ ਕੀ ਤਿਆਰ ਹੋ ਜਾਊਗਾ ਇਹ ਇੱਕ ਐਮੀਟਰ ਤਿਆਰ ਹੋ ਜਾਊਗਾ ਜਿਹਦੀ ਰੇਂਜ ਕਿੰਨੀ ਹੋਊਗੀ 1 ਐਂਪੀਅਰ ਹੁਣ ਦੇਖੋ ਜੇ ਤੁਸੀਂ 2 ਐਂਪੀਅਰ ਵਾਲਾ ਕੀ ਹੈ ਐਮੀਟਰ ਤਿਆਰ ਕਰਨਾ ਹੈ ਤਾਂ ਤੁਹਾਡੇ ਉਹਦੇ ਲਈ ਤੁਹਾਨੂੰ ਕੀ ਹੈ ਚੇਂजेस ਕਰਨੇ ਪੈਣਗੇ ਫਿਰ ਤੁਹਾਨੂੰ ਇਸ I ਦੀ ਜਗ੍ਹਾ ਤੇ ਦੇਖੋ ਕੀ ਕਰਨਾ ਪਊਗਾ 2 ਪੁੱਟ ਕਰਨਾ ਪਊਗਾ ਫਿਰ ਜੇ 2 ਪੁੱਟ ਕਰਨਾ ਪਊਗਾ ਤਾਂ ਸ਼ੰਟ ਦੀ ਵੈਲਿਊ ਡੈਫੀਨਿਟਲੀ ਚੇਂਜ ਹੋਊਗੀ ਇਹਦਾ ਮਤਲਬ ਹਰ ਇੱਕ ਕਰੰਟ ਦੀ ਵੈਲਿਊ ਦੇ ਲਈ ਸ਼ੰਟ ਰੈਜ਼ਿਸਟੈਂਸ ਦੀ ਵੈਲਿਊ ਅਲੱਗ-ਅਲੱਗ ਹੋਏਗੀ ਦੇਖੋ ਜੀ ਕਲੀਅਰ ਹੈ ਨੂਮੈਰੀਕਲ ਜੇ ਕਿਸੇ ਨੂੰ ਡਾਊਟ ਆ ਤਾਂ ਪੁੱਛੋ एक बच्चे का मैसेज आया हुआ है मनप्रीत दा लीस्ट काउंट फिक्स होता है सर हर बार जरूरी नहीं है बच्चे डिपेंड करता है स्केल ते अलग अलग स्केल साडे कोले हो सकते हैं ते अलग अलग स्केल दे अलग अलग ही लीस्ट काउंट होंदे ने ਜਦੋਂ ਵੀ ਤੁਸੀਂ ਲੀਸਟ ਕਾਊਂਟ ਫਾਈਂਡ ਕਰਨਾ ਹੋਵੇ ਤਾਂ ਤੁਸੀਂ ਉਹਦੇ ਵਿੱਚ ਇਹ ਦੇਖੋ ਨੰਬਰ ਆਫ ਡਿਵੀਜ਼ਨਸ ਕਿੰਨੀਆਂ ਨੇ ਰੀਡਿੰਗ ਕਿੰਨੀ ਹੈ ਜਿਵੇਂ ਮੰਨ ਲਓ ਤੁਹਾਡੇ ਕੋਲ ਕੋਈ ਵੀ ਸਕੇਲ ਹੈ ਮੰਨ ਲਓ ਆ ਸਕੇਲ ਬਣਾ ਦੇਣਾ ਮੈਂ ਮੰਨ ਲਓ ਇੱਥੇ ਰੀਡਿੰਗ ਕਿੰਨੀ ਹੈ 0 ਹੈ ਠੀਕ ਹੈ ਇੱਥੇ ਮੰਨ ਲਓ ਹੈਗੀ ਹੈ 20 ठीक है 20 सेंटीमीटर लिख लो मीटर लिख लो ਤੁਹਾਡੀ ਮਰਜ਼ੀ ਕੁਛ ਮਰਜ਼ੀ ਲਿਖ ਲਓ ਕੋਈ ਮਰਜ਼ੀ ਸਕੇਲ ਹੋ ਸਕਦਾ ਹੈ ਤਾਂ ਇਹਦੇ ਵਿੱਚ ਕੀ ਹੈ ਤੁਸੀਂ ਨੰਬਰ ਆਫ ਡਿਵੀਜ਼ਨਸ ਕਾਊਂਟ ਕਰ ਲਓ ਮੰਨ ਲਓ 1 2 3 4 5 6 7 8 9 10 11 8 12 ਹੈ ਆ 12ਵੀਂ ਡਿਵੀਜ਼ਨ ਹੈ ਠੀਕ ਹੈ ਤਾਂ ਤੁਸੀਂ ਇਹ ਦੇਖੋ ਇਹਦਾ ਮਤਲਬ ਹੋਗਾ 12 ਡਿਵੀਜ਼ਨਸ ਦੀ ਜਿਹੜੀ ਵੈਲਿਊ ਹੈ ਉਹ ਕਿੰਨੀ ਹੈ ਉਹ 20 ਮੀਟਰ ਹੈ ਤਾਂ ਇੱਕ ਡਿਵੀਜ਼ਨ ਦੀ ਵੈਲਿਊ ਕਿੰਨੀ ਹੋਊਗੀ ਇੱਕ ਡਿਵੀਜ਼ਨ ਦੀ ਵੈਲਿਊ ਹੋਗੀ 20/12 ਤਾਂ ਜਿਹੜੀ ਇੱਕ ਡਿਵੀਜ਼ਨ ਦੀ ਜਿਹੜੀ ਤੁਹਾਡੇ ਕੋਲ ਆ ਵੈਲਿਊ ਆਈ ਹੈ ਇਹਨੂੰ ਤੁਹਾਡੇ ਨੂੰ ਬੋਲੋਗੇ ਤੁਸੀਂ ਲੀਸਟ ਕਾਊਂਟ ਇਹ ਤੁਹਾਡਾ ਲੀਸਟ ਕਾਊਂਟ ਹੋਊਗਾ ਮੰਨ ਲਓ ਜੇ ਇਸ ਸਕੇਲ ਨੂੰ ਮੈਂ ਕਹਿੰਦਾ ਵੀ ਆਹ 0 ਹੈ ਆ 20 ਹੈ ਇਹਦੇ ਚ ਡਿਵੀਜ਼ਨਸ ਨੇ ਜਿਹੜੀਆਂ ਉਹ ਹੈਗੀਆਂ ਨੇ ਮੰਨ ਲਓ ਜਿਵੇਂ 1 ਆ ਤਾਂ 0 ਵਾਲੀ ਇਹ ਨਹੀਂ ਕਾਊਂਟ ਕਰਨੀ ਹੁੰਦੀ ਇੱਥੋਂ 1 ਮੰਨ ਲਓ 2 ਇਹ ਹੈਗਾ 3 ਇਹ ਹੈਗਾ 4 ਇਹ ਹੈਗਾ 5 ਮੰਨ ਲਓ 5 ਹੀ ਨੇ ਇਹਨਾਂ ਨੂੰ 5 ਡਿਵੀਜ਼ਨ ਦੀ ਵੈਲਿਊ ਕਿੰਨੀ ਹੈ 20 मीटर है अच्छा एक डिवीजन दी मतलब कितनी है एक डिवीजन देके 20/5 तो कट के कितना आ गया 4 ਇਹਦਾ मतलब एक डिवीजन कितना मेजर कर रहे हैं 4 मीटर ਇਹਦਾ मतलब ਇਹਦਾ ਕੀ ਹੈ ਲੀਸਟ ਕਾਊਂਟ ਹੈ ਆ ਦੇਖੋ ਇੱਥੇ ਸਕੇਲ ਚ ਲਾ ਕੇ ਦੇਖੋ 4 मीटर ਇਹ ਕਿੰਨਾ ਹੋਊਗਾ 8 मीटर ਫਿਰ 12 मीटर ਫਿਰ 16 मीटर ਫਿਰ ਕੀ ਹੋਊਗਾ 20 मीटर ਤਾਂ ਇਸ ਤਰੀਕੇ ਦੇ ਨਾਲ ਅਸੀਂ ਕੀ ਹੈ ਲੀਸਟ ਕਾਊਂਟ ਕਿਸੇ ਵੀ ਸਕੇਲ ਦਾ ਜ਼ਰੂਰੀ ਨਹੀਂ ਹੈ ਫਿਕਸ ਹੋਊਗਾ ਅਲੱਗ-ਅਲੱਗ ਅਸੀਂ ਕੈਲਕੂਲੇਟ ਕਰ ਸਕਦੇ ਹਾਂ ਹਾਂਜੀ ਹਾਂਜੀ ਬਿਲਕੁਲ ਜਿਹੜਾ ਸਕੇਲ ਨਹੀਂ ਦੇਖਿਆ ਤੁਸੀਂ ਕਦੇ ਅੱਜ ਜਿਹੜਾ ਤੁਹਾਡੀ ਜਿਓਮੈਟਰੀ ਬਾਕਸ ਤੁਹਾਡੇ ਕੋਲ ਜਿਓਮੈਟਰੀ ਬਾਕਸ ਹੋਊਗੀ ਉਹਦੇ ਵਿੱਚ ਸਕੇਲ ਹੋਊਗਾ ਉਹ ਸਕੇਲ ਦੇ ਨਾਲ ਲਾਈਨਾਂ ਬਣੀਆਂ ਨੇ ਛੋਟੀਆਂ ਛੋਟੀਆਂ ਉਹ ਡਿਵੀਜ਼ਨਸ ਹੁੰਦੀਆਂ ਨੇ ਹਰ ਇੱਕ ਉੱਤੇ ਬਣੀਆਂ ਹੁੰਦੀਆਂ ਨੇ ਤੁਹਾਡੇ ਘਰੇ ਜਿੰਨੇ ਵੀ ਸਕੇਲ ਪਏ ਹੋਏ ਸਾਰੇ ਚੱਕ ਕੇ ਦੇਖ ਲਿਓ ਠੀਕ ਹੈ ਉਹਦੇ ਉੱਪਰ ਡਿਵੀਜ਼ਨਸ ਗਿਵਨ ਹੋਣਗੀਆਂ ਵੀ ਕਿੰਨੀਆਂ ਨੇ ਤੁਸੀਂ ਕਾਊਂਟ ਕਰਨੀਆਂ ਪੈਂਦੀਆਂ ਨੇ ਵੀ 0 ਤੋਂ ਲੈ ਕੇ 1 ਸੈਂਟੀਮੀਟਰ ਦੇ ਵਿਚਕਾਰ ਕਿੰਨੀਆਂ ਨੇ ਉਹ 10 ਵੀ ਹੋ ਸਕਦੀਆਂ ਨੇ ਉਹ 20 ਵੀ ਹੋ ਸਕਦੀਆਂ ਨੇ ਜਿਵੇਂ ਉਹ ਡਿਵੀਜ਼ਨ ਚੇਂਜ ਹੋ ਜਾਊਗੀ ਉਸ ਤਰੀਕੇ ਦੇ ਨਾਲ ਉਹ ਜਿਹੜਾ ਕਿ ਸਕੇਲ ਦੀ ਐਕੂਰੇਸੀ ਦਾ ਪਤਾ ਲੱਗ ਜਾਊਗਾ ਜਿੰਨੀਆਂ ਨੰਬਰ ਆਫ ਡਿਵੀਜ਼ਨ ਜ਼ਿਆਦਾ ਹੋਣਗੇ ਨਾ ਉਨਾ ਸਕੇਲ ਵੱਧ ਐਕੂਰੇਟ ਹੁੰਦਾ ਹੈ ਕਿਉਂਕਿ ਉਹ ਛੋਟੀ ਤੋਂ ਛੋਟੀ ਵੈਲਿਊ ਨੂੰ ਵੀ ਕੀ ਹੈ ਮੈਜ਼ਰ ਕਰ ਸਕਦਾ ਹੈ ਬੱਚੇ ਠੀਕ ਹੈ ਕਲੀਅਰ ਹੈ ਹਾਂ ਕਨਵਰਜ਼ਨ ਗੈਲਵੇਨੋਮੀਟਰ ਟੂ ਐਮੀਟਰ ਉਹ ਸਾਰੇ ਚੁੱਪ ਕਰਕੇ ਅੱਜ हेलो 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 आवाज आ रही है
ਐ ਪੜਾਉਣ ਦਾ ਤਾਂ ਨਜ਼ਾਰਾ ਨਹੀਂ ਆਉਣਾ ਯਾਰ, ਤੁਸੀਂ ਕੋਈ ਵੀ ਨਹੀਂ। ਜਸ਼ਨ ਨਿਤਿਸ਼ ਓਏ आवाज आ रही है मेरी के ना? आ रही है जी। जमी साइलेंट हुए बैठे हो अज, किसी ने कुट कट तो नहीं दिता अज? चलो अज आप यही करांगे, गैल्वेनोमीटर टू एमीटर एक कन्वर्जन हो रहा है, चलो करवाई दिने यार, नवेड़ दिने। सैकेंड जी की कन्वर्जन है जी, वो है गैल्वेनोमीटर टू वोल्टमीटर, फिर न्यूमेरिकल कर लांगे आप कल। गैल्वेनोमीटर टू वोल्टमीटर, ਹੁਣ ਜਿਹੜਾ ਵੋਲਟਮੀਟਰ ਅਸੀਂ ਕੀ ਯੂਜ਼ ਕਰਦੇ ਆ ਪੋਟੈਂਸ਼ੀਅਲ ਡਿਫਰੈਂਸ ਮੈਜ਼ਰ ਕਰਨ ਲਈ, ਉਹ ਵੀ ਐਕਚੁਅਲ ਚ ਹੁੰਦਾ ਕੀ ਹੈ, ਗੈਲਵੇਨੋਮੀਟਰ ਹੀ ਹੁੰਦਾ, ਕੋਈ ਨਵੀਂ ਚੀਜ਼ ਨਹੀਂ ਹੈਗੀ। ਤਾਂ ਫॉर एग्जांपल ਆ ਸਾਡੇ ਕੋਲ ਇੱਕ ਕੀ ਗੈਲਵੇਨੋਮੀਟਰ ਹੈ, ਜਿਹਦਾ ਕੋਈ ਨਾ ਕੋਈ ਰੈਜ਼ਿਸਟੈਂਸ ਹੋਏਗਾ G। ਤਾਂ ਜਦੋਂ ਵੀ ਅਸੀਂ ਗੈਲਵੇਨੋਮੀਟਰ ਤੋਂ ਵੋਲਟਮੀਟਰ ਬਣਾਉਣਾ ਹੁੰਦਾ ਬੱਚੇ, ਤਾਂ ਉਹਦੇ ਸੀਰੀਜ਼ ਦੇ ਵਿੱਚ ਅਸੀਂ ਇੱਕ ਹਾਈ ਵੈਲਿਊ ਰੈਜ਼ਿਸਟੈਂਸ ਐਡ ਕਰ ਦਿੰਦੇ ਹਾਂ। ਤਾਂ ਜਦੋਂ ਤੁਸੀਂ ਹਾਈ ਵੈਲਿਊ ਰੈਜ਼ਿਸਟੈਂਸ ਐਡ ਕਰ ਦੋਗੇ ਤਾਂ ਜਿਹੜੀ ਤੁਹਾਡੇ ਕੋਲ ਇਹ ਡਿਵਾਈਸ ਬਣ ਜਾਂਦੀ ਹੈ, that device is known as voltmeter। ਬਸ ਇੰਨਾ ਹੀ ਕੰਮ ਹੈ, ਕਿਉਂਕਿ ਪੜ੍ਹਦੇ ਨਾ ਵੋਲਟਮੀਟਰ ਦਾ ਰੈਜ਼ਿਸਟੈਂਸ ਬਹੁਤ ਜ਼ਿਆਦਾ ਹੁੰਦੀ ਹੈ, ਵੀ ਕਰੰਟ ਨਹੀਂ ਪਾਸ ਕਰਨਾ ਚਾਹੀਦਾ, ਉਹਦੇ ਵਿੱਚ ਬਹੁਤ ਥੋੜਾ ਕਰੰਟ। ਤਾਂ ਅਸੀਂ ਜੇ ਗੈਲਵੇਨੋਮੀਟਰ ਦੇ ਰਸਤੇ ਵਿੱਚ ਬਹੁਤ ਵੱਡਾ ਰੈਜ਼ਿਸਟੈਂਸ ਲਗਾ ਦਾਂਗੇ ਤਾਂ ਡੈਫੀਨਿਟਲੀ ਇਹਦੇ ਵਿੱਚੋਂ ਕੀ ਹੈ, ਕਰੰਟ ਘਟ ਜਾਏਗਾ। ਸਿਰਫ ਔਰ ਸਿਰਫ ਅਸੀਂ ਕੀ ਫਾਈਂਡ ਕਰ ਸਕਾਂਗੇ, ਵੋਲਟੇਜ। ਉਹ ਕਿਵੇਂ ਫਾਈਂਡ ਕਰਨੀ ਮੈਂ ਦੱਸਦਾ, ਇਹਨੂੰ ਅਸੀਂ ਕੀ ਬੋਲਦੇ ਹਾਂ, ਵੋਲਟਮੀਟਰ। ਹੁਣ ਪੇਪਰ 'ਚ ਪੁੱਛਿਆ ਜਾਂਦਾ ਹੈ ਤਾਂ ਕੀ ਲਿਖੋਗੇ, when, ਜਾਂ ਆਪਾਂ ਲਿਖ ਲਓ, to convert galvanometer to voltmeter, a high value resistance, a high value resistance is connected in series of galvanometer। बस। ਤਾਂ ਦੇਖੋ ਇਹਦੇ ਵਿੱਚੋਂ ਕੋਈ ਨਾ ਕੋਈ ਕਰੰਟ ਪਾਸ ਕਰੂਗਾ। ਦੇਖੋ ਜਦੋਂ ਗੈਲਵੇਨੋਮੀਟਰ ਰਾਸਤੇ 'ਚ ਲੱਗਿਆ ਹੋਇਆ ਹੈ ਤੇ ਇਹਦੇ 'ਚ ਜਿਹੜਾ ਕਰੰਟ ਪਾਸ ਕਰੂਗਾ ਉਹਨੂੰ ਅਸੀਂ ਕੀ ਬੋਲਾਂਗੇ, IG ਕਰੰਟ ਬੋਲਾਂਗੇ, ਮਤਲਬ ਗੈਲਵੇਨੋਮੀਟਰ ਦਾ ਕਰੰਟ। ਠੀਕ ਹੈ, ਤਾਂ ਜਦੋਂ ਕਰੰਟ ਪਾਸ ਕਰੂਗਾ, ਦੇਖੋ ਦੋ ਰੈਜ਼ਿਸਟੈਂਸ, ਮਤਲਬ ਇੱਕ ਗੈਲਵੇਨੋਮੀਟਰ ਦਾ ਵੀ ਕੁਛ ਨਾ ਕੁਛ ਰੈਜ਼ਿਸਟੈਂਸ ਹੋਊਗਾ ਤੇ ਇੱਕ R ਰੈਜ਼ਿਸਟੈਂਸ, ਦੋਨੇ ਕਾਚ ਹੋ ਗਏ ਸੀਰੀਜ਼ 'ਚ। ਤਾਂ ਜਿਹੜਾ ਅਕੋਰਡਿੰਗ ਟੂ ਓਮਸ ਲੋ, ਜਿਹੜਾ ਇਹਨਾਂ ਦੇ ਅਕੋਰਡਿੰਗ ਜਿਹੜਾ ਪੋਟੈਂਸ਼ੀਅਲ ਬਣੂਗਾ, ਪੋਟੈਂਸ਼ੀਅਲ ਡਿਫਰੈਂਸ ਅਕ੍ਰੋਸ AB V which is equal to current IG into ਕੀ ਹੋਊਗਾ, ਰੈਜ਼ਿਸਟੈਂਸ। ਦੋਨੇ ਸੀਰੀਜ਼ ਨੇ ਤਾਂ ਐਡ ਕਰਤੇ। ਤਾਂ ਸਾਨੂੰ ਹੁਣ ਨਾ ਇਸ R ਦੀ ਵੈਲਿਊ ਕੈਲਕੂਲੇਟ ਕਰਨ ਵਾਸਤੇ ਕੀ ਕਰਾਂਗੇ, ਤਾਂ ਬੜਾ ਸਿੰਪਲ ਹੈ, V upon ਕੀ ਕਰ ਦੋ IG which is equal to ਕੀ ਹੋ ਗਿਆ, R plus D। ਇੱਥੋਂ R ਦੀ ਵੈਲਿਊ ਕੈਲਕੂਲੇਟ ਕਰ ਲਓ, ਤਾਂ R ਬੱਚੇ ਕਿੰਨਾ ਆ ਜਾਊਗਾ, that is V upon IG minus D। This is the formula to calculate the value of resistance which we connect in series with galvanometer to convert it into a voltmeter। ਤਾਂ ਜਦੋਂ ਵੀ ਤੁਹਾਨੂੰ ਪੁੱਛਿਆ ਜਾਵੇ ਕਿ ਇੱਕ ਵੋਲਟਮੀਟਰ ਬਣਾਉਣ ਦੇ ਲਈ, ਗੈਲਵੇਨੋਮੀਟਰ ਤੋਂ ਵੋਲਟਮੀਟਰ ਬਣਾਉਣ ਦੇ ਲਈ ਤੁਹਾਨੂੰ ਇੱਕ ਰੈਜ਼ਿਸਟੈਂਸ ਚਾਹੀਦਾ, ਸੀਰੀਜ਼ ਦੇ ਵਿੱਚ ਜਾਂ ਪੈਰਲਲ ਦੇ ਵਿੱਚ, ਤਾਂ ਆਨਸਰ ਆਊਗਾ ਸੀਰੀਜ਼ ਦੇ ਵਿੱਚ। ਕਿੰਨੇ ਦੀ ਵੈਲਿਊ ਵਾਲਾ ਚਾਹੀਦਾ ਉਹ ਤੁਸੀਂ ਇਸ ਫਾਰਮੂਲੇ ਦੇ ਅਕੋਰਡਿੰਗ ਕੈਲਕੂਲੇਟ ਕਰ ਸਕਦੇ। ਲਓ ਜੀ, ਇਹ ਦੋ ਕਨਵਰਜਨਸ ਨੇ ਜਿਹੜੀਆਂ ਆਪਣੀਆਂ ਕੰਪਲੀਟ ਹੋ ਗਈਆਂ। ਠੀਕ ਹੈ, ਇਹਦੇ ਨੂਮੈਰੀਕਲਸ ਤੁਸੀਂ ਕਿ ਟਰਾਈ ਕਰਨੇ ਆ। ਠੀਕ ਹੈ, ਇੱਕ ਦੋ ਨੂਮੈਰੀਕਲ ਕਰ ਲਓ, ਮੈਂ ਵੀ ਕਰਵਾਉਂਗਾ। ਕਲੀਅਰ ਹੈ ਜੀ? ਕਿਸੇ ਦਾ ਕੋਈ ਡਾਊਟ ਹੋਵੇ, ਕਿਸੇ ਦਾ ਕੋਈ ਕੁਐਸਚਨ ਹੋਵੇ ਤਾਂ ਪੁੱਛ ਸਕਦਾ ਹੈ। ठीक है जी, ओके, थैंक यू, टेक केयर।